ਪਿਆਰੇ ਕਿਸਾਨ ਵੀਰੋ, ਮੈਂ ਹਾਂ ਰਣਜੀਤ ਸਿੰਘ ਚੌਹਾਨ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਪੰਜਾਬ ਦੇ ਬਹੁਤ ਹੀ ਸੂਝਵਾਨ ਕਿਸਾਨਾਂ ਦੇ ਨਾਲ ਮਿਲਾਉਂਦੇ ਰਹਿੰਦੇ ਹਾਂ। ਉਸੇ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਪਿੰਡ ਹੈ ਬੇਗੂਵਾਲਾ। ਉੱਥੋਂ ਦੇ ਇੱਕ ਬਹੁਤ ਹੀ ਸਫਲ ਕਿਸਾਨ ਨੇ ਜਿਨ੍ਹਾਂ ਨੇ ਆਪਣੀ ਖੇਤੀ ਨੂੰ ਚਾਰ ਚੰਨ ਲਾਏ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਬੈਠੇ ਨੇ ਸਰਦਾਰ ਜਗਮੀਤ ਸਿੰਘ ਜੀ, ਬੇਗੂ ਵਾਲੇ ਪਿੰਡ ਦੇ ਨੇ ਇਹ। ਸੋ ਆਪਣੇ ਖੇਤਾਂ ਦੇ ਵਿੱਚ ਇਹਨਾਂ ਨੇ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੇ ਲਈ ਬਹੁਤ ਵੱਡਾ ਹੰਭਲਾ ਮਾਰਿਆ। ਅੱਜ ਉਹਨਾਂ ਤੋਂ ਇਹ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਕਿ ਉਹਨਾਂ ਨੇ ਆਪਣੇ ਖੇਤਾਂ ਦੇ ਵਿੱਚ ਕੀ ਕੀ ਕੀਤਾ ਹੋਇਆ। ਜਗਮੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਸਰ, ਧੰਨਵਾਦ ਜੀ। ਸਭ ਤੋਂ ਪਹਿਲਾਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਜਿਹੜੇ ਸਾਡਾ ਪ੍ਰੋਗਰਾਮ ਦੇਖ ਰਹੇ ਆ, ਹਾਂਜੀ ਸਰ, ਕਿ ਤੁਸੀਂ ਇਸ ਫਾਰਮ ਦੇ ਉੱਤੇ ਆਪਣੇ ਕਿੰਨੇ ਏਕੜਾਂ ਦੀ ਖੇਤੀ ਕਰਦੇ ਹੋ, ਕੀ ਲਾਇਆ ਹੋਇਆ ਇਹਦੇ ਵਿੱਚ, ਇਹ ਜਾਣਕਾਰੀ ਪਹਿਲਾਂ ਦਿਓ। ਅਸੀਂ ਜੀ 12 ਕਿੱਲਿਆਂ ਦੀ ਖੇਤੀ ਕਰਦੇ ਹਾਂ। 2 ਭਾਈ ਹਾਂ ਅਸੀਂ ਜੀ। ਤੇ ਝੋਨਾ ਅਸੀਂ ਡਰਿੱਲ ਨਾਲ ਬੀਜਦੇ ਹਾਂ ਸਾਰਾ, 3 ਸਾਲ ਹੋ ਗਏ ਆ। ਤੇ ਕਣਕ ਹੈਪੀ ਸੀਡਰ ਨਾਲ ਬੀਜਦੇ ਹਾਂ ਜੀ। ਤੇ ਸਬਜ਼ੀ ਅਸੀਂ ਆਪਦੇ ਜੋਗਰੀ ਜਿਹੜੀ ਆਰਗੈਨਿਕ, ਉਹ ਜਾਂ ਗੰਨੇ ਗੁੜ ਹੋ ਗਿਆ, ਸਰੋਂ ਦਾ ਤੇਲ, ਤੇ ਦੂਸਰਾ ਜੀ ਜਿਹੜੀ ਅੱਗ ਦਾ ਅਸੀਂ ਉਹ ਮੈਨੂੰ 9-10 ਸਾਲ ਹੋ ਗਏ, ਉਹ ਨਹੀਂ ਅਸੀਂ ਬਿਲਕੁਲ ਨਹੀਂ ਲਾਈ। ਸਾਡਾ ਖੇਤੀਬਾੜੀ ਮਹਿਕਮਾ ਜਿਹੜਾ ਸਮੁੱਚਾ ਹੀ ਖੇਤੀਬਾੜੀ ਮਹਿਕਮਾ ਫਰੀਦਕੋਟ ਵਾਲਾ, ਉਹ ਬਹੁਤ ਹੈਲਪ ਕਰਦਾ ਇਹਦੇ 'ਚ। ਅਸੀਂ ਥੋੜ੍ਹੇ ਤੋਂ ਸਾਨੂੰ ਇਹਨਾਂ ਦੇ ਮਗਰ ਲੱਗ ਕੇ ਅਸੀਂ ਤੇ ਤਕਰੀਬਨ ਅਸੀਂ ਬਿਲਕੁਲ ਆਰਗੈਨਿਕ ਵਾਲੇ ਪਾਸੇ ਆਉਂਦੇ ਜਾਂਦੇ ਹਾਂ। ਹੁਣ 2 ਗੱਟੇ ਯੂਰੀਆ ਦੇ ਪਾਈ ਦੇ ਆ ਝੋਨੇ ਨੂੰ। ਤੇ ਮੈਂ ਤਾਂ ਇਹੀ ਕਹਿਣਾ ਕਿਸਾਨਾਂ ਨੂੰ ਵੀ ਜਿਹੜੀ ਪਰਾਲੀ ਆ ਜੀ, ਪਹਿਲਾਂ ਤਾਂ ਆਪਾਂ ਇਹਨੂੰ ਵਧਾਉਣ ਤੇ ਜ਼ੋਰ ਲਾਉਣੇ ਆ, ਉਦੋਂ ਬਾਅਦ ਇਹਨੂੰ ਧਰਤੀ 'ਚ ਖਪਾਉਣ ਤੇ ਜ਼ੋਰ ਲਾਉਣੇ ਆ। ਤੇ ਆਪਾਂ ਪਰਾਲੀ ਆ, ਮੇਰਾ ਝੋਨਾ ਹੁਣ ਤੁਸੀਂ ਆ ਦੇਖ ਲਿਓ ਜੀ, ਤੇ ਪਰਾਲੀ ਆਪਾਂ ਵਧਾਈਏ ਹੀ ਨਾ, ਖਾਦ ਘੱਟ ਪਾਈਏ, ਦਾਣੇ ਤਾਂ ਉਹਨੇ ਹੀ ਨਿਕਲੇ ਆਉਂਦੇ ਆ, ਯੂਰੀਆ ਖਾਦ ਘੱਟ ਪਾ ਲਈਏ ਆਪਾਂ, ਤੇ ਘੱਟ ਪਰਾਲੀ ਤੇ ਮੁਨਾਫਾ ਵੀ ਵੱਧ ਤੇ ਖਰਚਾ ਵੀ ਘੱਟ ਜੀ। ਅੱਛਾ ਜਗਮੀਤ ਸਿੰਘ ਜੀ, ਆਪਾਂ ਜੇ ਅੱਗੇ ਗੱਲ ਕਰੀਏ, ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਕੁ ਜੀ ਨੇ ਜਿਨ੍ਹਾਂ ਨੇ ਜਿਹੜੇ ਤੁਹਾਡੇ ਨਾਲ ਇਸ ਖੇਤੀ ਦੇ ਵਿੱਚ ਮਦਦ ਕਰਦੇ ਆ, ਕੁਦਰਤੀ ਖੇਤੀ ਦੇ ਵਿੱਚ ਮਦਦ ਕਰਦੇ ਆ? ਮੇਰਾ ਜੀ ਬ੍ਰਦਰ ਆ, ਉਹ ਹੈਲਪ ਕਰਦਾ ਮੇਰੀ, ਤੇ ਫਾਦਰ ਸਾਹਿਬ ਆ, ਤੇ ਬਾਕੀ ਕੋਈ ਮੈਨੂੰ ਇਹਨਾਂ ਕੋਈ ਔਖ ਨਹੀਂ ਆ ਰਹੀ। ਜੇ ਦੇਖੀਏ ਵੀ ਜ਼ਿਆਦਾ ਸਾਨੂੰ ਇਹਦਾ ਜਿੰਨੇ ਆਮ ਲੋਕਾਂ ਜਿੰਨਾ ਸਾਨੂੰ ਮਿਹਨਤ ਕਰਨੀ ਪੈਂਦੀ ਆ, ਇਸ ਪਾਸੇ ਸਾਨੂੰ ਜਦੋਂ ਖਾਦ ਘੱਟ ਪਾਉਂਦੇ ਆ ਤੇ ਉਹ 'ਚ ਮਿਹਨਤ ਵਾਲਾ ਕੰਮ ਤਾਂ ਤਕਰੀਬਨ ਹੀ ਘੱਟ ਜਾਂਦਾ, ਸਪਰੇਆਂ ਘੱਟ ਹੋ ਜਾਂਦੀਆਂ। ਹੁਣ ਜੀ ਸੁੰਡੀ ਵਾਲੀ ਸਪਰੇਅ ਮੇਰੇ ਖਿਆਲ 'ਚ ਅਸੀਂ ਕੀਤੀ ਨਹੀਂ, ਤੇ ਬਿਨਾਂ ਇਹਦੇ ਤੋਂ ਪੱਕ ਜਾਣਾ। ਤੇ ਫੰਗੀਸਾਈਡ ਸਾਨੂੰ ਡਾਕਟਰ ਸਾਹਿਬ ਦੱਸਦੇ ਹੁੰਦੇ ਆ ਜੀ, ਫੰਗੀਸਾਈਡ ਦੀਆਂ 2 ਚੰਗੀਆਂ ਸਪਰੇਆਂ ਅਸੀਂ ਕਰਦੇ ਹਾਂ। ਤੇ ਸੁੰਡੀ ਵਾਲੀ ਤਾਂ ਸਾਨੂੰ ਕਰਨੀ ਨਹੀਂ ਪੈਂਦੀ ਜੀ। ਇਹ ਮਿੱਤਰ ਕੀੜੇ ਸਾਡੇ ਜਿਉਂਦੇ ਰਹਿੰਦੇ ਆ, ਉਹ ਸੁੰਡੀਆਂ ਨੂੰ ਜਾਂ ਕਿਸੇ ਵੀ ਕਿਸਮ ਦੇ ਭਮੱਕੜ ਆ ਜਾਂ ਕੁਛ ਵੀ ਆ ਜਿਹੜੇ ਉਹ ਸੁੰਡੀ ਬਣਾਉਣ ਵਾਲੇ ਆ, ਉਹਨਾਂ ਨੂੰ ਉਹ ਖਾਂਦੇ ਰਹਿੰਦੇ ਆ। ਸਾਡਾ ਕੋਈ ਇੰਨੀ ਪ੍ਰੋਬਲਮ ਨਹੀਂ ਆਉਂਦੀ। ਕੁਦਰਤੀ ਸਰੋਤਾਂ ਨੂੰ ਸਾਂਭਣ ਦੀ ਗੱਲ ਆਪਾਂ ਜਗਮੀਤ ਸਿੰਘ ਹੁਣਾਂ ਨਾਲ ਕਰੀਏ ਕਿ ਜਿਸ ਤਰ੍ਹਾਂ ਹਵਾ, ਪਾਣੀ ਤੇ ਮਿੱਟੀ, ਇਹ ਕਹਿੰਦੇ ਆ ਵੀ ਅਸੀਂ ਖਾਦ ਬਹੁਤ ਘੱਟ ਪਾਉਂਦੇ ਆ, ਤੇ ਖਾਦ ਤੁਸੀਂ 2 ਬੋਰੀਏ ਯੂਰੀਏ ਦੇ ਪਾਉਂਦੇ ਹੋ, ਸਿਰਫ 2 ਬੋਰੀਆਂ, ਹੈ ਨਾ? ਸੋ ਪਾਣੀ ਦੀ ਗੱਲ ਕਰੀਏ ਆਪਾਂ, ਪਾਣੀ ਕਿੰਨਾ ਕੁ ਝੋਨੇ ਨੂੰ ਲੱਗਦਾ? ਕੀ ਸੁਕਾ ਕੇ ਲਾਉਂਦੇ ਆ ਜਿੱਦਾਂ ਯੂਨੀਵਰਸਿਟੀ ਜਾਂ ਮਹਿਕਮਾ ਕਹਿੰਦਾ? ਹਾਂਜੀ, ਪਾਣੀ ਸੁਕਾ ਕੇ ਹੀ ਲਾਉਂਦੇ ਆ। ਤੇ ਜਦੋਂ ਅਸੀਂ ਆਪਣਾ ਹੁਣ ਭਰਨਾ ਦੂਜਾ ਗੋਭ ਬਣਦਾ ਇਹਦਾ, ਉਦੋਂ ਥੋੜਾ ਜਿਹਾ ਡਾਕਟਰਾਂ ਦੀ ਦੇਖ ਰੇਖ ਨਾਲ ਥੋੜੇ ਜਿਹਾ 1-2 ਪਾਣੀ ਵੱਧ ਲੱਗ ਜਾਂਦੇ। ਤਕਰੀਬਨ ਸੁਕਾ ਕੇ ਲਾਈ ਜਾਂਦੇ, ਕੋਈ ਪ੍ਰੋਬਲਮ ਨਹੀਂ ਆਉਂਦੀ ਜੀ। ਗੰਡੋਏ ਬਹੁਤ ਬਣ ਗਈ ਆ, ਤੁਸੀਂ ਹੁਣ ਦੇਖਿਓ ਇਧਰਲੇ ਪਾਸੇ। ਤੇ ਜਿੱਦਾਂ ਲੱਕੜਾਂ ਵੀ ਸਿੱਟ ਦਈਏ ਤਾਂ ਖੇਤ 'ਚ ਉਹ ਵੀ ਖਤਮ ਹੋ ਜਾਂਦੀਆਂ, ਤੇ ਇੰਨਾ ਉਹ ਤੇਜ਼ੀ ਨਾਲ ਉਹ ਵਰਕ ਕਰਨ ਲੱਗ ਗਏ ਆ। ਤੇ ਬੜਾ ਵਧੀਆ ਜੀ, ਖੇਤੀਬਾੜੀ ਮਹਿਕਮੇ ਨਾਲ ਜੁੜੇ ਆ ਤੇ ਬਹੁਤ ਹੀ ਵਧੀਆ। ਸਾਨੂੰ ਮੈਂ ਤਾਂ ਇਹੀ ਕਹਿਣਾ ਵੀ ਸਾਰੇ ਮਹਿਕਮਿਆਂ ਨਾਲ ਜੁੜੋ ਤੇ ਖਰਚੇ ਘਟਾਈਏ ਆਪਾਂ ਜੀ। ਖਰਚੇ ਘਟਾ ਕੇ ਹੀ ਆਪਾਂ ਆਪਣਾ ਚੱਲ ਸਕਦਾ ਜੀ ਸਿਸਟਮ। ਜਗਮੀਤ ਸਿੰਘ ਜੀ, ਕਿੰਨੇ ਕੁ ਚਿਰ ਤੋਂ ਇਹ ਤੁਸੀਂ ਪਰਾਲੀ ਨੂੰ ਵਿੱਚੇ ਵਾਹੁੰਦੇ ਆ ਰਹੇ ਹੋ, ਤੇ ਕਿਸ ਤਰ੍ਹਾਂ ਹੁਣ ਤੁਹਾਨੂੰ ਕਿੱਦਾਂ ਦਾ ਲੱਗਦਾ ਕਿ ਝਾੜ ਤੁਹਾਡਾ ਉਸ ਤਰ੍ਹਾਂ ਦਾ ਬਰਾਬਰ ਹੋ ਗਿਆ ਜਿੰਨਾ ਪਹਿਲਾਂ ਆਉਂਦਾ ਸੀ? ਝਾੜ ਤਾਂ ਜੀ ਉਹਦੇ ਨਾਲ ਵੱਧ ਗਿਆ, ਖਰਚਾ ਘਟ ਗਿਆ ਤੇ ਝਾੜ ਵੱਧ ਗਿਆ। 10 ਮਣ ਮੇਰਾ, ਮੈਂ ਦਾਅਵੇ ਨਾਲ ਕਹਿਣਾ ਵੀ ਆਮ ਜ਼ਿਮੀਂਦਾਰਾਂ ਨਾਲੋਂ 10 ਮਣ ਅੱਪ ਹੁੰਦਾ ਹੈ, ਝੋਨਾ ਵੀ ਤੇ ਕਣਕ ਵੀ। ਦੇਖੋ, ਤੁਹਾਡਾ 10 ਮਣ ਝਾੜ ਵੱਧ ਗਿਆ, ਤੇ ਫਿਰ ਬਾਕੀ ਕਿਸਾਨ ਕਿਉਂ ਨਹੀਂ ਤੁਹਾਡੇ ਵਾਂਗ ਤੁਹਾਡੇ ਕੀਤੇ ਕੰਮ ਵੱਲ ਨੂੰ ਦੇਖ ਕੇ ਇਹਨੂੰ, ਤੇ ਉਹ ਆਪ ਕਿਉਂ ਨਹੀਂ ਖੇਤਾਂ 'ਚ ਕਰਦੇ? ਕੀ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਦੇਖ ਕੇ ਜਾਗ ਲੱਗਿਆ ਥੋੜਾ ਬਹੁਤਾ? ਬਾਕੀ ਬਿਲਕੁਲ ਜੀ, ਕਿ ਮੇਰੇ ਚਾਚਾ ਜੀ ਆ, ਉਹਨਾਂ ਨੇ ਬੀਜਿਆ ਸੀ ਝੋਨਾ, ਬਹੁਤ ਵਧੀਆ ਖੜਾ। ਤੇ ਹੌਲੀ ਹੌਲੀ ਦੂਸਰੇ ਆਂਢੀ ਗੁਆਂਢੀ ਐਤਕੀ ਕਿੱਲੇ ਤੋਂ ਮੇਰੇ ਖਿਆਲ 'ਚ ਕਰਨਗੇ ਸਟਾਰਟ ਵੀ, ਥੋੜੇ ਤੋਂ ਮੈਂ ਉਹਨਾਂ ਨੂੰ ਆਖਿਆ। ਤੇ ਬਾਕੀ ਮਹਿਕਮੇ ਵਾਲੇ ਸਾਡੇ ਮੁਲਾਜ਼ਮ ਸਾਹਿਬਾਨ ਉਹ ਸਾਡੀ ਕਰਦੇ ਹੈਲਪ, ਉਹ ਵੀ ਕਹਿ ਕੇ ਜਾਂਦੇ ਆ ਹਰ ਵਾਰ, ਮਹੀਨੇ 2 ਮਹੀਨਿਆਂ ਬਾਅਦ ਉਹਨਾਂ ਦਾ ਬਣਿਆ ਹੀ ਰਹਿੰਦਾ ਸਰਕਲ ਸਾਡੇ ਇੱਥੇ। ਤੇ ਜੁੜਨਗੇ ਜੀ ਲੋਕ,
ਜੋ ਲੋਕ ਇਦਾਂ ਨਹੀਂ, ਮੇਰਾ ਜਿੱਥੋਂ ਤੱਕ ਦਿਮਾਗ ਕਹਿੰਦਾ ਖਰਚੇ ਵੱਧ ਗਏ ਜੀ, ਤੇ ਲੋਕਾਂ ਦਾ ਮਨ ਵੀ ਹੁਣ ਇਸ ਪਾਸੇ ਆਉਣ ਨੂੰ ਉਹਨਾਂ ਦਾ ਦਿਲ ਕਰੀ ਜਾਂਦਾ। ਜੁੜ ਜਾਣਗੇ ਹੋਰ 1-2-3 ਸਾਲਾਂ ਦੇ ਵਿੱਚ ਮੇਰੇ ਖਿਆਲ 'ਚ ਇਸ ਪਾਸੇ ਆ ਜਾਣਗੇ ਲੋਕ ਜੀ। ਸੋ ਜੇ ਮੰਨ ਲਈਏ ਆਪਾਂ ਖੇਤ ਦੇ ਵਿੱਚ ਕੋਈ ਹੁਣ ਕੀੜਾ ਆ ਜਾਂਦਾ ਜੀ। ਤੇ ਕੀ ਸਪਰੇਅ ਆਮ ਦਵਾਈ ਕਰੋਗੇ ਜਾਂ ਕੋਈ ਆਪਣਾ ਘੋਲ ਤਿਆਰ ਕਰਕੇ ਜਾਂ ਨਿੰਮ ਦਾ ਕੋਈ ਉਹੋ ਜਿਹਾ ਕੁਝ ਕਰਦੇ ਹੋ? ਕਿਉਂਕਿ ਫਸਲ ਦੇ ਉੱਤੇ ਜਦੋਂ ਪੱਕਣੀ ਹੈ ਨਾ, ਕੀੜਾ ਆਉਣਾ ਸੁਭਾਵਿਕ ਆ। ਸਰ ਉਹ ਮੈਂ ਵੇਟ ਕਰਦਾ ਜੀ, ਮੈਨੂੰ ਤਾਂ ਨਹੀਂ ਇੰਨੀ ਨੌਬਤ ਆਈ, ਮੈਂ ਕੋਈ ਨਾ ਤਾਂ ਆਮ ਦਵਾਈ ਕੀਤੀ ਕੋਈ, ਤੇ ਨਾ ਮੈਨੂੰ ਕਦੇ ਦੂਜੀ ਕਰਨੀ ਪਈ ਆ। ਵੇਟ ਕਰਦਾ ਜੀ ਉਹਦੀ, ਤੇ ਉਹ ਕੀੜਾ ਟਾਈਮ ਦੇ, ਉਹ ਝੋਨਾ ਕਰੜਾ ਹੁੰਦਾ ਤੇ ਉਹ ਮਰ ਜਾਂਦਾ ਹੈ ਟਾਈਮ ਪਾ ਕੇ। ਉਹ ਮੈਂ ਨਹੀਂ ਇੰਨੀ ਜਲਦਬਾਜ਼ੀ ਕਦੇ ਕੀਤੀ। ਆ ਤੁਸੀਂ ਦੇਖ ਲਓ ਝੋਨਾ ਹੁਣ ਖੜਾ ਜੀ, ਕੁਛ ਨਹੀਂ ਪਾਇਆ ਇਹਨੂੰ, ਸਿਰਫ ਫੰਗੀਸਾਈਡ ਸਪਰੇਅ ਕੀਤੀ ਇੱਕ। ਮੈਨੂੰ ਤਾਂ ਨਹੀਂ ਇੰਨੀ ਪ੍ਰੋਬਲਮ ਆਈ, ਮੈਨੂੰ ਤਾਂ ਪਰਾਰ ਵੀ ਬਿਨਾਂ ਸਪਰੇਅ ਤੋਂ ਪੱਕ ਗਿਆ ਸੀ ਜੀ। ਐਤਕੀ ਵੀ ਫੰਗੀਸਾਈਡ ਮੈਂ ਉਹ ਜ਼ਰੂਰ ਕਰਦਾ ਹੁੰਦਾ ਜੀ। ਕਿਸਾਨ ਵੀਰੋ ਦੇਖੋ, ਜਦੋਂ ਅਸੀਂ ਇਹਨੂੰ ਆਰਗੈਨਿਕ ਕਰਦੇ ਆ ਨਾ, ਖਾਦਾਂ ਵੱਧ ਨਹੀਂ ਪਾਉਂਦੇ, ਝੋਨੇ ਦੇ ਦਾਣੇ ਮੋਟੇ ਹੋ ਜਾਂਦੇ ਆ, ਵਧੀਆ ਨਰੋਏ ਹੁੰਦੇ ਆ, ਤੇ ਕੀੜੇ ਮਕੌੜੇ ਆ ਜਿਹੜੇ ਉਹਦੇ ਤੇ ਹਮਲਾ ਨਹੀਂ ਕਰਦੇ। ਇਹ ਜਗਮੀਤ ਸਿੰਘ ਦੀ ਜਵਾਨੀ ਆ, ਤੇ ਇਹਨਾਂ ਨੂੰ ਫਿਰ ਕਿਸੇ ਕਿਸਮ ਦੀ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ। ਆਪਾਂ ਸਾਰੇ ਇਸ ਕੁਦਰਤੀ ਖੇਤੀ ਵੱਲ ਨੂੰ ਮੁੜੀਏ। ਆਉਣ ਵਾਲੇ ਭਵਿੱਖ ਦੀਆਂ ਯੋਜਨਾਵਾਂ, ਅੱਗੇ ਕੀ ਕਰਨਾ ਚਾਹੁੰਦੇ ਹੋ ਇਹਨਾਂ ਖੇਤਾਂ ਦੇ ਵਿੱਚ? 1 ਕਿੱਲੇ ਤੋਂ ਮੇਰਾ ਇਰਾਦਾ ਵੀ ਸਾਰੀਆਂ ਸਬਜ਼ੀਆਂ ਉਹ ਮੈਂ ਕੋਈ ਖਾਦ ਵਗੈਰਾ ਨਾ ਪਾਵਾਂ, ਤੇ ਜੇ ਕੋਈ ਪਾਉਂਗਾ ਵੀ ਥੋੜੀ ਜੀ, ਉਹ ਮੈਂ ਦੱਸ ਕੇ ਉੱਥੇ ਵੇਚੂੰਗਾ ਵੀ ਇਸ ਵਾਰ ਮੈਨੂੰ ਮਜਬੂਰੀ ਬਣ ਗਈ, ਮੈਂ ਥੋੜੀ ਪਾਈ ਆ, ਉਹ ਦੱਸ ਕੇ ਮੈਂ ਵੇਚੂੰਗਾ ਉਹ। ਤੇ ਕਿ ਮੇਰਾ ਇਰਾਦਾ ਵੀ 1 ਕਿੱਲਾ ਸਾਰੀਆਂ ਸਬਜ਼ੀਆਂ ਕਨਾਲ ਕਰਕੇ ਤੇ ਉੱਥੇ ਮੈਂ ਫਰੀਦਕੋਟ ਲੈ ਕੇ ਜਾਇਆ ਕਰਾਂਗੇ ਜੀ। ਨਾਲੇ ਤਾਂ ਲੋਕਾਂ ਨੂੰ, ਕਈਆਂ ਨੂੰ ਤਾਂ ਅਵੇਅਰ ਕਰਾਂਗੇ ਜੀ, ਕਈਆਂ ਨੂੰ ਸ਼ੁੱਧ ਸਬਜ਼ੀ ਦੇਵਾਂਗੇ, ਕੋਈ ਆਪ ਲਾਉਣ ਲੱਗ ਜਾਣਗੇ। ਤੇ ਮੇਰਾ ਤਾਂ ਇਹੀ ਇਰਾਦਾ ਵੀ ਸਬਜ਼ੀਆਂ ਜੀ, ਸਾਡੇ ਹੁਣ ਇੱਥੇ ਸਬਜ਼ੀ ਬਹੁਤ ਲੱਗਦੀ ਜੀ, ਘਗਿਆਣੇ ਪਿੰਡ ਝੋਟੀ ਵਾਲੇ, ਤੇ ਮੇਰਾ ਤਾਂ ਇਹੀ ਹੈਗਾ ਜੀ, ਸਬਜ਼ੀ ਜਿਹੜੀ ਉਹ ਆਪਾਂ ਘਰ ਦੀ, ਕੋਈ ਵੀ ਆ ਸਬਜ਼ੀ ਘਰ ਦੀ ਤਿਆਰ ਕਰੋ ਜੀ। ਨਹੀਂ ਤਾਂ ਸਬਜ਼ੀ, ਮੈਨੂੰ ਪਤਾ ਇੱਥੇ ਕਿੰਨਾ ਕੁ ਜ਼ਹਿਰ ਪਾਉਂਦੇ ਆ, ਸਬਜ਼ੀਆਂ ਨਾ ਖਾਓ। ਜਗਮੀਤ ਸਿੰਘ ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ 1 ਏਕੜ ਤੁਸੀਂ ਪਹਿਲਾਂ ਵੀ ਕਰਦੇ ਰਹੇ ਹੋ ਸਬਜ਼ੀ, ਤੇ ਹੁਣ ਵੀ ਉਮੀਦ ਆ ਤੁਸੀਂ ਕਰੋਗੇ। ਆਪਦੇ ਜੋਗਰੀ ਤਾਂ ਮੇਰੀ ਆਪ ਹੁੰਦੀ ਹੈ ਜੀ ਸਬਜ਼ੀ। ਮੈਂ ਕਦੇ ਸਾਲ ਦੇ ਵਿੱਚ ਵੱਧ ਤੋਂ ਵੱਧ ਕੋਈ ਮਹੀਨਾ 1.5 ਮਹੀਨਾ ਤਾਂ ਭਲਾ ਸਾਨੂੰ ਕਿਤੇ ਲੈਣੀ ਪੈ ਜੇ, ਉਹ ਵੀ ਮੈਂ ਨਹੀਂ ਖਾਂਦਾ ਸਬਜ਼ੀ ਉਹ। ਜਗਮੀਤ ਸਿੰਘ ਜੀ, ਕੋਈ ਫਰੂਟ ਵਾਲੇ ਪਾਸੇ ਨੂੰ ਵੀ ਚੱਲੇ ਹੋ ਮਾੜਾ ਮੋਟਾ? ਹਾਂਜੀ ਸਰ, ਫਰੂਟ ਮੇਰੇ ਸਾਰੇ ਤਕਰੀਬਨ, ਕੇਲਾ ਹੈ ਨਹੀਂ ਸੀ, ਮੈਂ 5-6 ਸਾਲ ਯੂਨੀਵਰਸਿਟੀ ਲੁਧਿਆਣੇ ਜਾਂਦਾ ਰਿਹਾ, ਤੇ ਉਹ ਮੈਨੂੰ ਐਤਕੀ ਬੜੇ ਸੰਘਰਸ਼ ਬਾਅਦ ਮਿਲਿਆ। ਉੱਥੋਂ ਕੇਲਾ ਲਿਆਉਣ ਦਾ ਮੇਰੇ ਦਿਮਾਗ 'ਚ ਸੀਗਾ, ਤੇ ਕੇਲੇ ਦੇ ਬੂਟੇ ਐਤਕੀ ਲਾਏ। ਦੂਜੇ ਤਕਰੀਬਨ ਮੇਰੇ ਫਲ ਸਾਰੇ ਆਪਦੇ ਆ ਜੀ, ਹਰ ਰੁੱਤ ਦਾ ਫਲ ਮੇਰੇ ਹੋ ਜਾਂਦਾ ਜੀ। ਤੇ ਅਮਰੂਦ, ਚੀਕੂ, ਆੜੂ, ਤੇ ਆਪਣੇ ਜਾਮਣ ਜੀ, ਅੰਬ ਐਤਕੀ ਮੈਂ ਬਹੁਤ ਖਾਦੇ ਜੀ। ਮੇਰੇ 8-10 ਬੂਟੇ ਲੱਗੇ ਆ, ਹੈ ਤਾਂ ਛੋਟੇ ਆ, ਪਰ ਪਿਛਲੇ ਸਾਲ ਦੇ ਉਹ ਲੈਣ ਲੱਗ ਗਏ ਜੀ। ਹੁਣ ਵੀ ਲੱਗੇ ਪਏ ਅੰਬ, ਉਹ ਪਿਛਲੇ ਜੀ ਤੁਹਾਨੂੰ ਦਿਖਾਵਾਂਗੇ ਬੂਟਾ। ਤੇ ਬੇਰੀਆਂ, ਸੰਤਰੇ ਮੇਰੇ ਆਪਦੇ, ਤਕਰੀਬਨ ਮੇਰੇ ਫਲ ਜੀ ਮੈਂ 80% ਆਪਦੇ ਮੈਂ ਕਰ ਲਿਆ ਜੀ। ਤੁਸੀਂ ਦੱਸਿਆ ਕਿ ਅਸੀਂ ਡਰਿਲ ਨਾਲ ਝੋਨਾ ਬੀਜਦੇ ਹਾਂ, ਥੋੜਾ ਜਿਹਾ ਵਿਸਥਾਰ ਨਾਲ ਦੱਸ ਦਿਓ ਕਿ ਕਿਸ ਤਰ੍ਹਾਂ ਤੁਸੀਂ ਉਹ ਬੀਜਦੇ ਹੋ? ਡਰਿਲ ਤਾਂ ਸਾਡੇ ਪਿੰਡ ਦਾ ਹੈ ਨਹੀਂ ਜੀ, ਤੇ ਡਾਕਟਰ ਸਾਹਿਬ ਇਹਨਾਂ ਨਾਲ ਰਾਬਤਾ ਕਰਦੇ ਰਹਿੰਦੇ ਆ ਜੀ। ਜਿਹਨੂੰ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਹਿੰਦੇ ਹਾਂ। ਹਾਂਜੀ ਸਰ, ਤੇ ਉਹ ਸਾਨੂੰ ਡੱਲੇ ਵਾਲਿਓਂ ਡਰਿਲ ਲਿਆਉਣੇ ਆ ਕਿਰਾਏ ਤੇ ਜੀ। ਤੇ ਉਹ ਸਾਨੂੰ ਦੇ ਦਿੰਦੇ ਆ, ਤੇ ਬਸ ਕਿਰਾਇਆ ਦੇ ਦੇਈਦਾ। ਡਰਿਲ 3 ਸਾਲ ਹੋ ਗਏ ਆ, ਉੱਥੋਂ ਲੈ ਆਉਣੇ ਆ ਜੀ। ਜਦੋਂ ਬੀਜਣਾ ਹੀ ਆ, ਦਿਮਾਗ 'ਚ ਉਹ ਵੀ ਇੱਕ ਅੱਧਾ ਦਿਨ ਲੇਟ ਫੇਟ ਵੀ ਹੋ ਜੇ ਤਾਂ ਵੀ ਕੋਈ ਨਹੀਂ। ਤੇ ਜਿਹੜਾ ਦੂਸਰਾ ਕਣਕ ਆ ਜੀ, ਉਹ ਹੈਪੀ ਸੀਡਰ ਨਾਲ ਬੀਜਦੇ ਨੇ, ਉਹਦੀ ਕੋਈ ਪ੍ਰੋਬਲਮ ਨਹੀਂ। ਦੂਸਰਾ ਨੰਬਰ ਜੀ, ਜਿਹੜਾ ਆਪਾਂ ਕਹਿ ਦਿੰਦੇ ਕਿਸੇ ਚੀਜ਼ ਨੂੰ ਆਪਾਂ ਘਟਾਉਣੇ ਆ, ਇੱਕ ਜਿਹੜਾ ਉਹ ਆਪਣਾ ਕੀਟ ਘਟਾਉਣੇ ਆ, ਜਾਂ ਉਹ ਜਿਹੜੇ ਦੁਸ਼ਮਣ ਕੀੜੇ ਹੋ ਲਾ ਲਓ ਤੁਸੀਂ ਮੇਰੇ ਤੋਂ, ਜੀ, ਉਹਨਾਂ ਨੂੰ ਆਪਾਂ ਇੱਕ ਚੀਜ਼ ਨੂੰ ਘਟਾਉਣੇ ਆ ਤਾਂ ਦੂਸਰੀ ਚੀਜ਼ ਹਾਵੀ ਹੋ ਜਾਂਦੀ ਆ। ਤੇ ਕੁਦਰਤ ਦਾ ਮੇਰਾ ਤਾਂ ਜਿੱਥੋਂ ਤੱਕ ਮੈਂ ਤਜਰਬਾ ਕੀਤਾ ਜੀ, 10-12 ਪੜ੍ਹਿਆ, ਮੇਰਾ ਕੋਈ ਬੜਾ ਜ਼ਿਆਦਾ ਨਹੀਂ, ਖੇਤ ਵਾਲੇ ਪਾਸੇ ਜ਼ਿਆਦਾ ਮੇਰਾ ਹੈਗਾ ਇਹਨਾਂ ਰੁਝਾਨ ਜਾ, ਵੀ ਕਿਸੇ ਚੀਜ਼ ਨੂੰ ਆਪਾਂ ਇੱਕ ਚੀਜ਼ ਨੂੰ ਮਾਰ ਗਏ ਨਾ ਜਮਾਂ, ਉਹ ਕੁਦਰਤ ਹਰ ਚੀਜ਼ ਨੂੰ ਮੇਨਟੇਨ ਚ ਉਹ ਤੁਰੀ ਜਾਵੇ, ਤੇ ਉਹ ਹਰ ਚੀਜ਼ ਮੇਰੇ ਖਿਆਲ 'ਚ ਕੋਈ ਵੀ ਜਿਹੜਾ ਇਹ ਕੀੜੇ ਇਹੋ ਜਿਹੇ ਮਿੱਤਰ ਵੀ ਜਿਉਂਦੇ ਜਿਉਂਦੇ ਰਹਿਣਗੇ, ਤੇ ਦੁਸ਼ਮਣਾਂ ਕੀੜਿਆਂ ਨੂੰ ਹਾਵੀ ਨਹੀਂ ਹੋਣ ਦਿੰਦੇ। ਆਪਾਂ ਨੂੰ ਉਹ ਬੈਲੈਂਸ ਜਿਹਾ ਬਣਿਆ ਰਹੇ। ਜਿੱਦਾਂ ਚੂਹੇ ਆ ਗਏ ਜੀ, ਸੱਪ, ਨਿਓਲੇ, ਤੇ ਉਹ ਮੈਂ ਮਾਰਦਾ ਨਹੀਂ ਉਹਨਾਂ ਨੂੰ। ਮੇਰਾ ਹੁਣ ਦਿਮਾਗ ਪਤਾ ਨਹੀਂ ਕਿਉਂ ਰੁਕ ਗਿਆ ਜੀ ਵੀ ਇਹਨਾਂ ਚੀਜ਼ਾਂ ਨੂੰ ਨਾ ਮਾਰ ਗਏ। ਉਹ ਸੱਪ ਆ, ਨਿਓਲੇ ਆ, ਉਹ ਚੂਹਿਆਂ ਚਾਹਿਆਂ ਨੂੰ, ਕੁਝ ਹੋਰ ਆ ਉੱਥੇ ਭੱਜਣ ਜਿਹੇ ਵਾਲੇ, ਮੈਂ ਸਾਡੇ ਤਾਂ ਇਹ ਚੰਦਨਗੀਰੀ ਜੀ ਕਹਿੰਦੇ ਉਹਨਾਂ ਨੂੰ, ਵੀ ਉਹ ਬੈਲੈਂਸ ਬਣਾਈ ਰੱਖਦੇ, ਚੂਹਿਆਂ ਚਾਹਿਆਂ ਨੂੰ ਵਧਣ ਨਹੀਂ ਦਿੰਦੇ। ਤੇ ਜੇ ਆਪਾਂ ਕਈ ਚੀਜ਼ਾਂ ਨੂੰ ਮਾਰ ਦਿੰਦੇ ਆ, ਤੇ ਜਿਹੜੀ ਪ੍ਰਜਾਤੀ ਆ ਉਹ ਆਪਣੇ ਤੇ ਹਾਵੀ ਹੋ ਜਾਂਦੀ ਆ। ਆਪਾਂ ਕੁਦਰਤੀ ਸਿਸਟਮ ਨਾਲ ਹੀ ਚੱਲ ਗਏ ਤੇ ਕੁਝ ਨਹੀਂ ਹੁੰਦਾ, ਫਸਲ ਆਪਣੀ ਇੰਨੀ ਨਹੀਂ ਘਟਦੀ। ਜਗਮੀਤ ਸਿੰਘ ਜੀ, ਕਣਕ ਦਾ ਸਮਾਂ ਆਉਣ ਵਾਲਾ ਹੁਣ ਮੂਹਰੇ, ਫਿਰ ਕੋਈ ਦੇਸੀ ਦੂਸੀ ਵੈਰਾਈਟੀਆਂ ਵੀ ਰੱਖੀਆਂ ਨੇ, ਜਾਂ ਕੋਈ ਉਹੀ ਵੈਰਾਈਟੀਆਂ ਜਿਹੜੀਆਂ ਪੀਏਯੂ ਵਾਲੀਆਂ ਬੀਜਣੀਆਂ ਨੇ? ਨਹੀਂ ਸਰ, ਉਹ ਮੇਰੇ ਕੋਲ ਹੈ ਨਹੀਂ। ਡਾਕਟਰ ਸਾਹਿਬ ਨਾਲ ਕਰਾਂਗੇ ਜੀ ਰਾਬਤਾ ਐਤਕੀ, ਵੀ ਜੇ ਕੋਈ ਸਾਨੂੰ ਐਤਕੀ, ਮੇਰਾ ਇਰਾਦਾ 4 ਕਨਾਲਾ ਮੈਂ ਜਮਾਂ ਹੀ ਉਹ ਜਿਹੜੀ ਕੱਲੀ ਰੂੜੀ ਪਾ ਕੇ
ਆਪਦੇ ਤੋਂ ਪਹਿਲਾਂ ਜੀ ਮੈਂ ਨਾ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਆਰਗੈਨਿਕ ਖੇਤੀ ਵੱਲ ਨੂੰ ਵਧੇ ਹੋ। ਬਹੁਤੇ ਹਾਂਜੀ, ਕਿਸਾਨ ਜਿਹੜੇ ਸਾਡੇ ਪੰਜਾਬ ਦੇ ਵਿੱਚ ਨਾ ਆਰਗੈਨਿਕ ਖੇਤੀ ਕਰ ਰਹੇ ਆ, ਉਹ ਕੋਈ ਕਾਫੀ ਪੁਰਾਣੀਆਂ ਵੈਰਾਈਟੀਆਂ ਕਣਕ ਦੀਆਂ ਹਾਂਜੀ, ਹਾਂਜੀ ਉਹਨਾਂ ਸਰ। ਦੇ ਕੋਲ ਪਈਆਂ ਅਜੇ। ਹਾਂਜੀ ਸਰ। ਸੋ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਸੀ। ਨਹੀਂ ਸਰ, ਉਹ ਮੇਰੇ ਕੋਲੇ ਹਲੇ ਤਾਂ ਨਹੀਂ ਮੇਰਾ, ਤੇ ਉਹ ਦੂਜਾ ਮੇਰੇ ਦਿਮਾਗ 'ਚ ਸੀਗਾ। ਹੁਣ ਤੁਸੀਂ ਕਹਿਤਾ ਤੇ ਉਹ ਮੈਂ ਉਸ ਪਾਸੇ ਥੋੜਾ ਜਿਹਾ ਹੌਲੀ ਹੌਲੀ ਸੋ ਦੇਖੋ, ਆਰਗੈਨਿਕ ਖੇਤੀ ਇੱਕ ਬਹੁਤ ਵੱਡਾ ਸਬਜੈਕਟ ਆ, ਬਿਲਕੁਲ ਸਰ। ਹਨਾ। ਸੋ ਇਹ ਛੋਟਾ ਜਿਹਾ ਨਹੀਂ ਹੈਗਾ। ਬਿਲਕੁਲ ਸਰ। ਤੇ ਮੈਨੂੰ ਤੁਸੀਂ ਇਹ ਦੱਸੋ, ਕੋਈ ਤੁਸੀਂ ਮਨ ਦੇ ਵਿੱਚ ਤੁਹਾਡੇ ਕਾਫੀ ਵਲਵਲੇ ਆ, ਤੁਸੀਂ ਆਰਗੈਨਿਕ ਖੇਤੀ ਵੱਲ ਨੂੰ ਵਧੇ ਹੋ, ਕੋਈ ਟ੍ਰੇਨਿੰਗ ਲਈ ਆ ਜਾਂ ਤੁਹਾਡੇ ਮਨ 'ਚ ਹੀ ਸਾਰੇ ਖਿਆਲ ਆ ਗਏ ਪਹਿਲਾਂ ਹੀ ਇਹ? ਇਹ ਜੀ ਡਾਕਟਰ ਸਾਹਿਬ ਇਹਨਾਂ ਨਾਲ ਹੀ ਸਾਡੇ ਖੇਤੀਬਾੜੀ, ਮੈਂ ਕਿਹਾ ਇੱਕ ਮੁੱਖ ਖੇਤੀਬਾੜੀ ਡਾਕਟਰ ਸਾਡੇ, ਇਹਨਾਂ ਨੇ ਫਿਰ ਗਾਂ ਮੇਰਾ ਆਤਮਾ ਦਫ਼ਤਰ ਵਾਲਿਆਂ ਨਾਲ ਜੋੜਤਾ, ਤੇ ਉਹ ਹੌਲੀ ਹੌਲੀ ਇਹਨਾਂ ਦੀ ਬਦੌਲਤ ਮੇਰੀ ਸਾਰੇ ਸਟਾਫ ਨਾਲ ਵੀ ਉਹ ਰਾਬਤਾ ਬਣ ਗਿਆ, ਤੇ ਹੁਣ ਮੈਨੂੰ ਉਹ ਲੈ ਲੈਣਾ ਜੀ, ਤੇ ਜੁੜਨਾ ਜੀ ਇਸ ਪਾਸੇ ਮੇਰੇ ਦਿਮਾਗ 'ਚ ਹੈ ਵੀ ਸਾਰੀ ਖੇਤੀ। ਜਦੋਂ ਨੂੰ ਮੇਰੇ ਖਿਆਲ 'ਚ ਰੇਹਾਂ ਖਾਦਾਂ ਬੰਦ ਕਰਨੀਆਂ ਜਾਂ ਸਬਸਿਡੀ ਚੱਕਣੀ ਆ ਨਾ ਜੀ ਗਵਰਨਮੈਂਟ ਨੇ, ਉਦੋਂ ਪਹਿਲਾਂ ਮੈਨੂੰ ਇਹ ਆ ਵੀ ਇਹ ਜਿਹੜੀ ਜ਼ਮੀਨ ਆ ਸਾਡੀ ਬਿਲਕੁਲ ਬਿਨਾਂ ਖਾਦ ਤੋਂ ਦਾਣੇ ਦੇਣ ਵਾਲੀ, ਮੈਂ 2-3 ਸਾਲਾਂ ਦੇ ਵਿੱਚ ਇਹਨੂੰ ਜਮਾਂ ਹੀ ਕਰ ਲਊਂਗਾ ਜੀ। ਸੋ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਇਹੋ ਜਿਹੀ ਆਰਗੈਨਿਕ ਖੇਤੀ ਕਰੋ ਕਿ ਤੁਹਾਡੀ ਜਿਹੜੀ ਮਿਹਨਤ ਆ ਉਹ ਚਾਰ ਚੰਨ ਤੁਹਾਡੀ ਮਿਹਨਤ ਨੂੰ ਲੱਗਣ। ਸੋ ਉਮੀਦ ਕਰਦਾ ਕਿ ਇਹ ਜਿਹੜਾ ਤੁਹਾਡਾ ਸਫ਼ਰ ਹੈ ਜਿਹੜਾ ਆਰਗੈਨਿਕ ਖੇਤੀ ਦਾ ਲੰਬੇ ਸਮੇਂ ਲਈ ਚੱਲੂਗਾ, ਤੇ ਵਧੀਆ ਜਿਹੜੀਆਂ ਫਸਲਾਂ ਤੁਸੀਂ ਪੈਦਾ ਕਰਕੇ, ਨਰੋਈਆਂ ਫਸਲਾਂ ਪੈਦਾ ਕਰਕੇ ਬਾਜ਼ਾਰ ਦੇ ਵਿੱਚ ਵੇਚੋਗੇ। ਠੀਕ ਹੈ ਸਰ। ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਜਿਵੇਂ ਤੁਸੀਂ ਜਾਣਦੇ ਹੋ ਕਿ ਵਿਸ਼ਵ ਪੱਧਰ ਤੇ ਇਸ ਸਤੰਬਰ ਮਹੀਨੇ ਨੂੰ ਅਸੀਂ ਪੋਸ਼ਣ ਮਹੀਨੇ ਦੇ ਤੌਰ ਤੇ ਹਰ ਸਾਲ ਮਨਾਉਂਦੇ ਆ। ਸੋ ਉਸੇ ਲੜੀ ਦੇ ਵਿੱਚ ਇਸ ਵਾਰ ਵੀ ਸਤੰਬਰ 2022 ਨੂੰ ਅਸੀਂ ਇਸ ਪੋਸ਼ਣ ਮਹੀਨੇ ਦੇ ਤੌਰ ਤੇ ਵਿਸ਼ਵ ਪੱਧਰ ਤੇ ਮਨਾ ਰਹੇ ਹਾਂ। ਅੱਜ ਅਸੀਂ ਇਸੇ ਸੰਦਰਭ ਦੇ ਵਿੱਚ ਜਾਣਕਾਰੀ ਲੈਣ ਲਈ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਮੇਰੇ ਨਾਲ ਬੈਠੇ ਨੇ ਡਾਕਟਰ ਹਰਮਨਦੀਪ ਕੌਰ ਜੀ, ਜਿਹੜੇ ਖੇਤੀਬਾੜੀ ਵਿਕਾਸ ਅਫਸਰ ਨੇ। ਪਿੰਡਾਂ ਦੇ ਵਿੱਚ ਜਾ ਕੇ ਇਹ ਟ੍ਰੇਨਿੰਗਾਂ ਦਿੰਦੇ ਆ ਕਿਸਾਨ ਵੀਰਾਂ ਨੂੰ, ਕਿਸਾਨ ਬੀਬੀਆਂ ਨੂੰ। ਪੋਸ਼ਣ ਸੰਬੰਧੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੰਦੇ ਆ, ਕਿਸ ਤਰ੍ਹਾਂ ਦਾ ਇਹ ਜਾਗਰੂਕ ਕਰ ਰਿਹਾ ਇਸ ਮਹੀਨੇ ਦੇ ਵਿੱਚ ਕਿ ਸਾਨੂੰ ਕਿਹੋ ਜੀ ਡਾਈਟ ਆ, ਕਿਹੋ ਜੀ ਖੁਰਾਕ ਲੈਣੀ ਚਾਹੀਦੀ ਆ ਜਿਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹੇ, ਕੋਈ ਬਿਮਾਰੀ ਸਾਨੂੰ ਨਾ ਲੱਗੇ। ਸੋ ਸਾਰੀ ਜਾਣਕਾਰੀ ਇਹਨਾਂ ਤੋਂ ਆਪਾਂ ਹਾਸਲ ਕਰਨੀ ਆ। ਡਾਕਟਰ ਹਰਮਨਦੀਪ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਮਹੀਨਾ ਜਿਹੜਾ ਸਤੰਬਰ ਹੈ ਇਹਨੂੰ ਪੋਸ਼ਣ ਮਹੀਨੇ ਦੇ ਤੌਰ ਤੇ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ, ਕਿਉਂ ਲੋੜ ਪਈ ਇਸ ਮਹੀਨੇ ਨੂੰ ਇਸ ਤਰ੍ਹਾਂ ਮਨਾਉਣ ਦੀ, ਤੇ ਇਸ ਮਹੀਨੇ ਦੇ ਵਿੱਚ ਕੀ ਐਕਟੀਵਿਟੀਜ਼ ਫਿਰ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਨੇ? ਜੀ ਮਤਲਬ ਜੇ ਅਸੀਂ ਪੋਸ਼ਣ ਮਹੀਨਾ ਮਨਾ ਰਹੇ ਹਾਂ, ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਸਾਡੀਆਂ ਖੁਰਾਕਾਂ ਨੇ ਉਹ ਮਤਲਬ ਪੂਰੀ ਤਰ੍ਹਾਂ ਬੈਲੈਂਸਡ ਨਹੀਂ ਰਹੀਆਂ। ਉਹਦੇ ਕਰਕੇ ਸਾਡੇ ਬੱਚਿਆਂ ਦੇ ਵਿੱਚ, ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਸ ਵੱਧ ਚੁੱਕੀਆਂ। ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਬਣ ਰਹੀਆਂ, ਉੱਭਰ ਕੇ ਆ ਰਹੀਆਂ। ਕਦੇ-ਕਦੇ ਅਸੀਂ ਉਹ ਬਿਮਾਰੀਆਂ ਸੁਣਦੇ ਹਾਂ ਜਿਹੜੀਆਂ ਕਦੇ ਮਤਲਬ ਪਹਿਲਾਂ ਕਿਤੇ ਕਿਸੇ ਨੇ ਵੇਖੀਆਂ ਹੀ ਨਹੀਂ ਸੀਗੀਆਂ, ਅਸੀਂ ਉਹ ਇੰਨਾ ਭਿਆਨਕ ਰੂਪ ਲੈ ਚੁੱਕੀਆਂ ਨੇ। ਤਾਂ ਚੀਜ਼ ਉਹੀ ਮਨਾਈ ਜਾਂਦੀ ਹੈ ਜਿਹਦਾ ਮਤਲਬ ਲੋੜ ਹੈ। ਤਾਂ ਲੋੜ ਤਾਂ ਹੀ ਹੈ ਕਿਉਂਕਿ ਜਿਹੜੀਆਂ ਸਾਡੀਆਂ ਅੱਜ ਕੱਲ੍ਹ ਖੁਰਾਕਾਂ ਨੇ ਇਹ ਇੱਕ ਜਾਂ ਤਾਂ ਕਹਿ ਲਓ ਮੋਨੋਟੋਨਸ ਹੋ ਚੁੱਕੀਆਂ ਨੇ, ਇੱਕੋ ਜਿਹਾ ਖਾਣੇ ਤੇ ਹੋ ਚੁੱਕੀਆਂ ਨੇ, ਜਾਂ ਜ਼ਿਆਦਾ ਬਾਜ਼ਾਰੀ ਖਾਣੇ ਤੇ ਹੋ ਚੁੱਕੀਆਂ ਨੇ, ਜਿਹਦੇ ਕਰਕੇ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਇਸ ਕਰਕੇ ਸਾਨੂੰ ਇਹ ਮਹੀਨਾ ਮਨਾਉਣ ਦੀ ਜਿਹੜੀ ਲੋੜ ਪੈ ਰਹੀ ਹੈ ਤਾਂ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕੀਏ ਵੀ ਐਕਚੁਅਲ 'ਚ ਪੋਸ਼ਣ ਹੁੰਦਾ ਕੀ ਹੈ। ਕਿਸਾਨ ਵੀਰਾਂ ਨੂੰ ਇਸ ਮਹੀਨੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਜਾ ਕੇ ਸਾਡੀਆਂ ਸਵਾਣੀਆਂ ਨੂੰ ਕਿਸ ਤਰ੍ਹਾਂ ਤੁਸੀਂ ਜਾਗਰੂਕ ਕਰਦੇ ਹੋ ਕਿ ਵੀ ਇਹ ਖੁਰਾਕ ਚੰਗੀ ਹੈ, ਇਹ ਮਾੜੀ ਆ? ਜਦੋਂ ਅਸੀਂ ਪਿੰਡਾਂ ਵਿੱਚ ਕੈਂਪ ਰੱਖਦੇ ਹਾਂ, ਸਾਡਾ ਦੇਖੋ ਜਦੋਂ ਆਪਾਂ ਕਿਸਾਨੀ ਨੂੰ ਬਿਲੋਂਗ ਕਰਦੇ ਹਾਂ, ਮਤਲਬ ਇਹ ਹੈ ਕਿ ਅਸੀਂ ਆਪਦੇ ਖੇਤ ਦੇ ਵਿੱਚ ਹਰ ਤਰ੍ਹਾਂ ਦੀ ਨਿਊਟ੍ਰੀਸ਼ਨ ਆ ਜਿਹੜੀ ਉਹ ਸਾਡੇ ਖੇਤਾਂ ਦੇ ਵਿੱਚ ਹੀ ਪਈ ਹੈ। ਤਾਂ ਅਸੀਂ ਉਹਨਾਂ ਨੂੰ ਇਹੀ ਸਮਝਾਉਣੇ ਆ ਕਿ ਤੁਹਾਨੂੰ ਆਪਦੀ ਖੁਰਾਕ ਨੂੰ ਪੋਸ਼ਕ ਤੱਤਾਂ ਨਾਲ ਭਰਨ ਲਈ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਸਿਰਫ ਆਪਦੇ ਖੇਤਾਂ ਵੱਲ ਧਿਆਨ ਮਾਰਨ ਦੀ ਲੋੜ ਹੈ, ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਆ, ਥੋੜੇ ਜਾਗਰੂਕ ਹੋਣ ਦੀ ਲੋੜ ਹੈ। ਤੁਸੀਂ ਆਪਦੇ ਖੇਤਾਂ ਦੇ ਵਿੱਚੋਂ ਹੀ ਆਪਦੀ ਸਾਰੀ ਖੁਰਾਕ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨੂੰ ਪੋਸ਼ਕ ਪੂਰੀ ਬੈਲੈਂਸਡ ਬਣਾ ਸਕਦੇ ਹੋ ਤੇ ਬਿਮਾਰੀਆਂ ਤੋਂ ਵੀ ਰਹਿਤ ਰਹਿ ਸਕਦੇ ਹੋ। ਜਿਵੇਂ ਉਦਾਹਰਨ ਦੇ ਤੌਰ ਤੇ ਕਹਾਂ ਕਿ ਸਾਡੇ ਇੱਕ ਯੂਨੀਵਰਸਿਟੀ ਵੱਲੋਂ ਘਰੇਲੂ ਬਗੀਚੀ ਦੀ ਇੱਕ ਕਿੱਟ ਆਉਂਦੀ ਹੈ, ਜਿਵੇਂ ਵੈਜੀਟੇਬਲ ਕਿੱਟ ਆਉਂਦੀ ਹੈ। ਉਹਦੇ ਵਿੱਚ ਅਸੀਂ ਫਾਰਮਰਸ ਨੂੰ ਕਹਿੰਦੇ ਹਾਂ ਕਿ ਚਲੋ ਤੁਸੀਂ ਬਾਹਲੇ ਲੈਵਲ ਤੇ, ਚਲੋ ਮੰਨਿਆ ਤੁਸੀਂ ਅੱਜ ਕੱਲ ਜਿਹੜਾ ਕਹਿ ਲਓ ਮਹਿੰਗਾਈ ਬਹੁਤ ਵੱਧਦੀ ਜਾਂਦੀ ਹੈ, ਤੁਸੀਂ ਜਿਹੜੀਆਂ ਫਸਲਾਂ ਨੇ ਉਹ ਕਮਰਸ਼ੀਅਲ ਲੈਵਲ ਤੇ ਬੀਜਦੇ ਹੋ, ਪਰ ਘੱਟੋ ਘੱਟ ਆਪਦੇ ਬੀਜਣ ਖਾਣ ਜੋਗੀਆਂ, ਆਪਦੇ ਪਰਿਵਾਰ ਜੋਗੀਆਂ ਸਬਜ਼ੀਆਂ ਦੇ ਘਰ ਬੀਜੋ। ਠੀਕ ਹੈ, ਇਹਦੇ ਲਈ ਅਸੀਂ ਵੱਧ ਤੋਂ ਵੱਧ ਈਵਨ ਸਾਡੇ ਮਹਿਕਮੇ ਵੱਲੋਂ ਫ੍ਰੀ ਕਿੱਟਾਂ ਵੀ ਜਦੋਂ ਅਸੀਂ ਕੈਂਪ ਲਾਉਣੇ ਆ ਵੰਡੀਆਂ ਜਾਂਦੀਆਂ ਵੀ ਤੁਸੀਂ ਸ਼ੁਰੂਆਤ ਕਰੋ, ਫਿਰ ਉਹਨਾਂ ਨੂੰ ਵੇਖ ਕੇ ਅੱਗੇ ਲੋਕ ਵੱਧਦੇ ਆ। ਬੱਚਿਆਂ ਦੇ ਵਿੱਚ ਕਾਫੀ ਕੁਪੋਸ਼ਣ ਦਾ
ਉਹਨਾਂ ਦੇ ਵਿੱਚ ਸਮੱਸਿਆ ਆਉਂਦੀ ਹੈ। ਬਿਲਕੁਲ ਜੀ। ਛੋਟੇ ਬੱਚੇ ਖਾਸ ਕਰਕੇ ਜੰਮਣ ਤੋਂ ਬਾਅਦ ਹੀ, ਜਦੋਂ ਸਾਲ ਦੇ ਵੀ ਨਹੀਂ ਹੁੰਦੇ, ਉਦੋਂ ਹੀ ਉਹਨਾਂ ਨੂੰ ਬੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂਜੀ। ਕੀ ਕਹਿਣਾ ਚਾਹੋਗੇ ਮਾਵਾਂ ਨੂੰ ਕਿ ਉਹਨਾਂ ਨੂੰ ਕਿਹੋ ਜਿਹੀ ਖੁਰਾਕ ਦੇਣ? ਜਿਹੜੇ ਬੱਚੇ ਹੁੰਦੇ ਆ ਨਾ, ਆਪਾਂ ਜਿਵੇਂ ਵੇਖਦੇ ਆ ਵੀ ਜਿਹੜੇ ਉਹਨਾਂ ਦੇ ਪਹਿਲੇ ਜ਼ਿੰਦਗੀ ਦੇ 5-10 ਸਾਲ ਹੁੰਦੇ, ਜ਼ਿਆਦਾ ਤਾਂ ਮੈਂ 5 ਤੋਂ 8 ਸਾਲ ਕਹੂੰਗੀ, ਇੱਕ ਇਹੋ ਜਿਹਾ ਉਹਨਾਂ ਦਾ ਟਾਈਮ ਪੀਰੀਅਡ ਹੁੰਦਾ ਜਦੋਂ ਉਹਨਾਂ ਦੇ ਬ੍ਰੇਨ ਨੇ, ਉਹਨਾਂ ਦੇ ਸਾਰੇ ਅੰਗਾਂ ਨੇ ਵੱਧ ਤੋਂ ਵੱਧ ਵਿਕਾਸ ਕਰਨਾ ਹੁੰਦਾ। ਜੀ ਬਿਲਕੁਲ। ਆਪਾਂ ਘਰਾਂ ਦੇ ਵਿੱਚ ਕੀ ਦੇਖਦੇ ਆ ਕਿ ਘਰਾਂ ਵਿੱਚ ਜਿਹੋ ਜਿਹਾ ਖਾਣਾ ਵੱਡੇ ਖਾ ਰਹੇ ਆ, ਉਹੋ ਜਿਹਾ ਹੀ ਆਪਾਂ ਬੱਚਿਆਂ ਨੂੰ ਖਵਾ ਰਹੇ ਆ, ਜਿਹਦੇ ਕਰਕੇ ਕੀ ਆ, ਆਪਣੇ ਖਾਣਾ, ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ, ਆਪਣੇ ਤਿੰਨੇ ਟਾਈਮ ਕਣਕ ਦੀ ਰੋਟੀ ਚੱਲਦੀ ਹੈ, ਨਾਲ ਚਲੋ ਸਬਜ਼ੀ ਚੱਲਦੀ ਹੈ, ਜਿਹਦੇ ਕਰਕੇ ਕੀ ਆ ਕਿ ਬੱਚਿਆਂ ਨੂੰ ਇਸ ਟਾਈਮ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜੀ ਬੋਡੀ ਆ ਗਰੋ ਕਰ ਰਹੀ ਹੈ, ਉਹਨਾਂ ਨੂੰ ਜ਼ਿਆਦਾ ਪ੍ਰੋਟੀਨ ਦੀ ਜ਼ਰੂਰਤ ਹੈ, ਤੇ ਜ਼ਿਆਦਾ ਉਹਨਾਂ ਨੂੰ ਪ੍ਰੋਟੀਨ ਨਾਲ ਭਰਿਆ ਵਾ ਖਾਣਾ, ਜਿਵੇਂ ਫਰੂਟਸ ਆ ਗਏ, ਵੱਧ ਤੋਂ ਵੱਧ ਹਰੀਆਂ ਸਬਜ਼ੀਆਂ, ਕੁਝ ਨਟਸ ਆ ਗਏ, ਇਦਾਂ ਦੀਆਂ ਚੀਜ਼ਾਂ ਦੇਣ ਦੀ ਜ਼ਰੂਰਤ ਹੈ। ਉਹ ਵੀ ਐ ਨਹੀਂ ਆ ਕਿ ਜਿਵੇਂ ਅੱਜ ਕੱਲ੍ਹ ਬਾਜ਼ਾਰਾਂ 'ਚ ਪੈਕਟਾਂ 'ਚ ਆ ਰਹੀਆਂ ਨੇ ਵੀ ਜੀ ਇਹ ਬੱਚਿਆਂ ਵਾਸਤੇ ਆ, ਬੱਚਿਆਂ ਨੂੰ ਦਿਓ। ਮੈਂ ਤਾਂ ਕਹਿੰਦੀ ਆ ਇਹ ਵੀ ਕਦੇ ਨਹੀਂ ਦੇਣੀਆਂ ਚਾਹੀਦੀਆਂ। ਖੁਦ ਆਪਦੇ ਲੈਵਲ ਤੇ ਘਰੇ ਤਿਆਰ ਕਰੋ, ਉਹੀ ਚੀਜ਼ ਆ ਜਿਹੜੀ ਉਹ ਬੱਚਿਆਂ ਨੂੰ ਦਿਓ, ਉਹ ਸਭ ਤੋਂ ਵਧੀਆ ਤਰੀਕਾ ਹੋਊਗਾ। ਇੱਕ ਬੱਚੇ ਨਾ ਜੀ ਦੁੱਧ ਤੋਂ ਬੜਾ ਭੱਜਦੇ ਆ। ਹਾਂਜੀ। ਪ੍ਰੋਟੀਨ, ਹਾਈਲੀ ਪ੍ਰੋਟੀਨ ਡਾਈਟ ਉਹੀ ਹੈ ਦੁੱਧ ਤੋਂ, ਤੇ ਦੁੱਧ ਤੋਂ ਬਣੇ ਪ੍ਰੋਡਕਟ। ਹਾਂਜੀ। ਕੀ ਕਹਿਣਾ ਚਾਹੋਗੇ? ਹਾਂਜੀ ਬਿਲਕੁਲ ਜੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਦੁੱਧ ਤੋਂ ਬੱਚੇ ਭੱਜਦੇ ਆ, ਪਰ ਆਪਾਂ ਨੂੰ ਉਹਨਾਂ ਨੂੰ ਸ਼ੁਰੂ ਤੋਂ ਹੀ ਉਹਨਾਂ ਨੂੰ, ਠੀਕ ਹੈ ਸਿੱਧਾ ਦੁੱਧ ਨਹੀਂ ਪੀਂਦੇ ਤਾਂ ਉਹਦੇ ਵਿੱਚ ਜਿਵੇਂ ਆਪਾਂ ਉਹਨਾਂ ਨੂੰ ਥੋੜਾ ਚਾਕਲੇਟ ਪਾ ਕੇ ਦੇ ਸਕਦੇ ਆ, ਥੋੜਾ ਕਸਟਰਡ ਜਾਂ ਕੁਝ ਫਰੂਟਸ ਦਾ ਕੁਝ ਬਣਾ ਕੇ ਵਿੱਚ ਪਾ ਕੇ ਦੇ ਸਕਦੇ ਹੈਗੇ ਆ, ਜਾਂ ਉਹਨਾਂ ਨੂੰ ਦਹੀਂ ਦੇ ਰੂਪ ਵਿੱਚ ਉਹਨਾਂ ਨੂੰ ਦੁੱਧ ਦਿੱਤਾ ਜਾਵੇ, ਕਿਉਂਕਿ ਦਹੀਂ ਆਪਾਂ ਨੂੰ ਪਤਾ ਹੈ ਕਿ ਡਾਈਜੈਸ਼ਨ ਵਾਸਤੇ ਬੜਾ ਜ਼ਰੂਰੀ ਹੈ। ਜਿਹੜਾ ਬੰਦਾ ਦਹੀਂ ਖਾਂਦਾ ਉਹਨੂੰ ਕਦੇ ਹਾਜ਼ਮੇ ਦੀ ਪ੍ਰੋਬਲਮ ਨਹੀਂ ਆਉਂਦੀ, ਤਾਂ ਮਤਲਬ ਉਹਨੂੰ ਕਿਸੇ ਐ ਜ਼ਰੂਰੀ ਨਹੀਂ ਜੇ ਸਿੱਧਾ ਦੁੱਧ ਨਹੀਂ ਪੀਂਦੇ ਤਾਂ ਮਤਲਬ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਦਿਓ, ਪਰ ਆਦਤ ਪਾਓ ਸ਼ੁਰੂ ਤੋਂ। ਬਿਲਕੁਲ ਹਰਮਨਦੀਪ ਜੀ, ਤੁਸੀਂ ਠੀਕ ਕਿਹਾ। ਦੁੱਧ ਪੀਣ ਦੀ ਬੱਚਿਆਂ ਨੂੰ ਆਦਤ ਸਾਨੂੰ ਪਾਉਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ ਦੁੱਧ, ਕਿਉਂਕਿ ਹਾਈਲੀ ਪ੍ਰੋਟੀਨ ਡਾਈਟ ਆ ਜਿਹੜੀ, ਉਹ ਦੁੱਧ ਹੀ ਹੈ ਸਾਡੀ। ਪ੍ਰੋਟੀਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡਾ ਸਰੀਰ ਜ਼ਿਆਦਾ ਪ੍ਰੋਟੀਨ ਕੰਜ਼ਿਊਮ ਕਰਦਾ, ਤਾਂ ਹੀ ਅਸੀਂ ਕੰਮ ਕਰਦੇ ਹਾਂ। ਅੱਛਾ, ਇਹ ਸਤੰਬਰ ਮਹੀਨਾ ਜਾਂਦੇ ਜਾਂਦੇ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਕੀ ਸਹੀ ਢੰਗ ਨਾਲ ਉਹ ਕਿਸ ਤਰ੍ਹਾਂ ਇਸ ਮਹੀਨੇ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਆ, ਕਿਸ ਤਰ੍ਹਾਂ ਉਹ ਮਨਾਉਣ, ਕੀ ਕਰਨ ਕਿਸਾਨ ਵੀਰ? ਹਾਂਜੀ, ਮੈਂ ਇਹਦੇ ਵਿੱਚ ਇਹੀ ਸੰਦੇਸ਼ ਦੇਵਾਂਗੀ ਕਿ ਕਿਸਾਨ ਹੈ ਨਾ ਜਿਹੜੇ, ਉਹ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਜੀ। ਚਾਹੇ ਕੋਈ ਮਰਜ਼ੀ ਕੰਮ ਹੋਵੇ, ਚਾਹੇ ਉਹ ਕੋਈ ਉਦਯੋਗਿਕ ਹੋਵੇ, ਚਾਹੇ ਕੋਈ ਵੀ ਹੋਵੇ, ਹਰੇਕ ਦੇ ਵਿੱਚ ਰੀੜ੍ਹ ਦੀ ਹੱਡੀ ਹੈ। ਤੇ ਜੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਜਿਹੜੀ ਡਾਈਟ ਆ ਬੈਲੈਂਸਡ ਨਹੀਂ ਹੈ, ਜੇ ਕੰਪੋਸ਼ਨ ਹੈ ਜਾਂ ਕੋਈ ਵੀ ਇਦਾਂ ਦੀਆਂ ਦਿੱਕਤਾਂ ਨੇ, ਉਹ ਸਾਡੀ ਕਿਸਾਨੀ ਤੋਂ ਹੀ ਦੂਰ ਹੋ ਸਕਦੀਆਂ ਨੇ। ਤਾਂ ਮੈਸੇਜ ਤਾਂ ਇਹੀ ਹੈ ਕਿ ਪਹਿਲਾਂ ਆਪਦੇ ਘਰ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ। ਜਿੰਨੇ ਵੀ ਕਿਸਾਨ ਇਹ ਪ੍ਰੋਗਰਾਮ ਜਾਂ ਕੋਈ ਵੀ ਵੇਖ ਰਿਹਾ, ਤਾਂ ਉਹਨੂੰ ਆਪਦੇ ਲੈਵਲ ਤੇ ਸ਼ੁਰੂਆਤ ਕਰਨੀ ਚਾਹੀਦੀ ਹੈ। ਆਪਦੇ ਘਰ ਵਿੱਚ ਹੀ ਪਹਿਲਾਂ ਵੇਖੋ ਕਿ ਅਸੀਂ ਕੀ ਖਾ ਰਹੇ ਹਾਂ। ਉਹ ਜੇ ਨਹੀਂ ਵਧੀਆ ਹੈਗਾ ਤਾਂ ਮਤਲਬ ਆਪਦੇ ਘਰਾਂ ਦੀਆਂ ਸਬਜ਼ੀਆਂ, ਘੱਟੋ ਘੱਟ ਸਬਜ਼ੀ ਤਾਂ ਆਪਦੇ ਘਰ ਦੀ ਸ਼ੁਰੂ ਕਰੋ। ਹੌਲੀ ਹੌਲੀ ਗੱਲ ਫਲਾਂ ਤੱਕ ਵੀ ਪਹੁੰਚ ਜਾਊਗੀ। ਕੱਲਾ ਆਟਾ, ਜਿਵੇਂ ਕੱਲਾ ਕਣਕ ਦੇ ਆਟੇ ਤੇ ਜ਼ੋਰ ਨਾ ਦਿਓ, ਕੁਛ ਆਟੇ ਰਲਾਓ, ਜੌਆਂ ਦਾ ਆਟਾ ਰਲਾ ਲਓ, ਵਿੱਚ ਬੇਸਣ ਰਲਾ ਲਓ, ਮਤਲਬ ਇਦਾਂ ਰਲਾ ਕੇ ਕਿਸੇ ਪਾਰਟਿਕੂਲਰ ਪ੍ਰੋਪੋਰਸ਼ਨ ਦੇ ਵਿੱਚ ਉਹ ਚੀਜ਼ ਨੂੰ ਲਓ, ਤਾਂ ਹੀ ਆਪਾਂ ਜਿਹੜੀ ਕੰਪੋਸ਼ਨ ਨਾਮ ਦੀ ਜਿਹੜੀ ਬਹੁਤ ਵੱਡੀ ਬਿਮਾਰੀ ਬਣਦੀ ਜਾ ਰਹੀ ਹੈ, ਇਸ ਨੂੰ ਦੂਰ ਕਰ ਸਕਦੇ ਹਾਂ। ਸੋ ਦੇਖੋ ਕਿਸਾਨ ਵੀਰੋ, ਡਾਕਟਰ ਹਰਮਨਦੀਪ ਨੇ ਬਹੁਤ ਵਧੀਆ ਮੈਸੇਜ ਦਿੱਤਾ ਕਿ ਆਪਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ, ਤਾਂ ਹੀ ਅਸੀਂ ਆਪਣਾ ਯੋਗਦਾਨ ਇਸ ਕੁਪੋਸ਼ਣ ਨੂੰ ਦੂਰ ਕਰਨ ਲਈ ਇਸ ਮਹੀਨੇ ਦੇ ਦੌਰਾਨ ਪਾ ਸਕਦੇ ਹਾਂ, ਜੇ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ। ਸੋ ਜ਼ਰੂਰੀ ਹੈ ਕਿ ਜੇ ਅਸੀਂ ਕੁਪੋਸ਼ਣ ਦੂਰ ਕਰਨਾ ਤੇ ਸਹੀ ਡਾਈਟ ਆ ਜਿਹੜੀ ਅਸੀਂ ਉਹ ਲਈਏ, ਜਿਹੜੀ ਕਿ ਸਾਡੇ ਖੇਤਾਂ ਦੇ ਵਿੱਚੋਂ ਹੀ ਪੈਦਾ ਹੋਣੀ ਆ, ਅਸੀਂ ਉਹਦੀ ਸ਼ੁਰੂਆਤ ਅੱਜ ਤੋਂ ਹੀ ਕਰੀਏ। ਸੋ ਡਾਕਟਰ ਹਰਮਨਦੀਪ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਤੁਹਾਡਾ ਇਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਹਾਂਜੀ। 29 फरवरी 2020 ये वो तारीख थी जो देश भर के लघु, सीमांत व भूमिहीन किसानों के लिए उम्मीदों का एक नया सवेरा लेकर आई और उन्हें 10,000 किसान उत्पादक संगठनों यानी एफपीओस के गठन एवं संवर्धन योजना का उपहार मिला। किसान अब तक उत्पादक तो था ही, अब वो फार्मर प्रोड्यूसर ऑर्गेनाइजेशंस एफपीओ, उसके माध्यम से व्यापार भी करेगा। अपने लॉन्च के लगभग 2.5 साल के बाद योजना के परिणाम भी सामने आने लगे हैं। एफपीओस के गठन ने छोटे व भूमिहीन किसानों को एक समूह के रूप में इकट्ठा किया है, जिससे इनकी ताकत बढ़ी है और नई तकनीक तक पहुंच भी, जिसका असर अब इनके जीवन में दिखने लगा है। इस योजना के तहत एफपीओस को चलाने के लिए 3 साल के लिए 18 लाख रुपए दिए जाते हैं और 2 करोड़ रुपए तक के लोन पर 75% क्रेडिट गारंटी की सुविधा दी जाती है। मेघालय की जयंतिया हिल्स फार्मर प्रोड्यूसर कंपनी
कृषि कल्याण के साथ साथ नारी सशक्तिकरण की भी गवाह बन रही है, क्योंकि इससे जुड़ने वाले किसानों में सारी की सारी महिलाएं ही हैं। अपने गठन के मात्र 9 महीने में ये एफपीओ इन महिला कृषकों की प्रगति को नई गति दे रहा है। Wada snel tau bat de pediang ika kani ke company po kani ke chnong ke thau yang I. Ha chnong yang I bon ginong rem kam tam ku em po kani ke company de emi kamwan rus pa tam ngut ginong rem. Sao kemen di em kani ke company yo ichi bon gijing mentoy gijing yarab. छत्तीसगढ़ का बालोद आज इस योजना की रोशनी से एक नई सुबह का साक्षी बन रहा है। यहाँ अप्रैल 2021 में स्थापित की गई सर्वोदय कृषक प्रोड्यूसर कंपनी आसपास के 11 गांवों के सैकड़ों किसानों का जीवन रोशन कर रही है। मैं अन्य जगह से खाद दवाई लेता था तो बहुत ही ऊंचे दामों में और बहुत ही परेशानियों का सामना करना पड़ता था। मैं जब से सर्वोदय कृषक उत्पाद लिमिटेड से जुड़ा हूं, तब से मुझे बहुत ही कम कीमत में और आसानी से खाद और दवाई मुझे मिल रही है, जो कि मेरे आय वृद्धि में बहुत ही सहायक है। जब से मैं एफपीओ में जुड़ गया हूं, तब से मुझे मार्केटिंग करने की कोई समस्या नहीं है। मेरा उत्पाद जो है एफपीओ के माध्यम से बहुत दूर दूर तक बिक रहा है। ओडिशा का संबलपुर, जहां के आदिवासी किसान कभी गरीबी कभी अंधेरे में जिया करते थे, वो आज समृद्धि के उजाले से जगमगाने लगा है और एसएफएसी की सहायता व उचित मार्गदर्शन से 7,30,000 रुपए की इक्विटी ग्रांट मिली है। एफपीओ आसला बाद मत 2 पैसा मिलवार बाद मुई गोटे मेसीन बसई करी 2 पैसा अच्छा तेल रो मेसीन बसई करी 2 पैसा भल कमाऊे मैं। आगे व्यापारी मैंने कम रेट रे धान नहीं जाऊले, किंतु एखन एफपीओ संस्था आसबार द्वारा हमें दुरियानु नहीं जाकरी पाखे धानटा पाई पारुछु और लाभवान बहुत होउछु। और एफपीओ के द्वारा छोटे किसानों की ताकत बढ़ाने का जो मेरा लक्ष्य है, उसमें आप जैसे साथी बहुत बड़ी ताकत है। मैं आपको और आपके साथ जुड़े हुए इन सभी किसानों को मैं देख रहा हूं, उनके चेहरे पे मैं उत्साह देख रहा हूं। मेरा उन सबको भी नमस्कार, उन सबको भी बहुत बहुत शुभकामनाएं। इस योजना ने छोटे छोटे किसानों को जोड़कर बड़े समूहों में तब्दील कर दिया है और लघु व सीमांत किसानों की सफलता की सैकड़ों कहानियों ने ये सिद्ध कर दिया है कि नए भारत का किसान अब कमजोर नहीं। वो भूमिहीन भले ही हो, पर संसाधन विहीन नहीं। उसके पास आज तकनीक की ताकत भी है और सरकार मदद की राहत भी। और मात्र 2 वर्ष के अंदर देश का अन्नदाता इस एफपीओ योजना से जुड़कर अपना जीवन सुखमय और समृद्ध बना रहा है।